ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਓ ਜੀ, ਸਵਾਗਤ ਹੈ, ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ। ਫਿਰੋਜ਼ਪੁਰ ਦਿਹਾਤੀ ਤੇ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਨੂੰ ਜਾਲਸਾਜ਼ੀ ਦੇ ਕੇਸ ਵਿੱਚ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ। ਕਾਂਗਰਸੀ ਕਹਿੰਦੇ ਨਾ 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 ਨਾ, ਸਾਡਾ ਬੰਦਾ ਬਹੁਤ ਵਧੀਆ, ਥਾਣਾ ਘੇਰਿਆ ਗੁਪਤ ਤੁਹਾਨੂੰ ਜਾਣਕਾਰੀ ਹੋਏਗੀ ਕਿ ਇੱਕ ਵਾਰੀ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਨੇ ਜਾਤੀ ਰੰਜਿਸ਼ ਕੱਢਣ ਵਾਸਤੇ ਕੁਮਾਰ ਵਿਸ਼ਵਾਸ ਤੇ ਅਲਕਾ ਲੰਬਾ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਰੋਪੜ ਦੇ। ਅੱਜ ਇਹ ਵੀ ਉੱਚ ਸਟੇ ਹੋਏ ਨੇ ਸਾਰੇ ਨਾਲ। ਮਤਲਬ ਇਹ ਸਭ ਜਾਤੀ ਕਿਹੜਾ ਕੱਢਣ ਦੀ ਗੱਲ ਹੈ। ਤੁਸੀਂ ਨਾ ਕੱਢੋ, ਲੜਨੀ ਤੇ ਸਿਆਸੀ ਲੜਾਈ ਲੜੋ। ਉਹ ਤਾਂ ਕਹਿੰਦੇ ਡਾਕਟਰ ਆਂਸ਼ੂ ਬੰਗੜ ਕੌਣ ਆ? ਡਾਕਟਰ ਆਂਸ਼ੂ ਬੰਗੜ ਬਕਾਇਦਾ ਤੌਰ ਤੇ ਇਹਨੂੰ ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਮਿਲੀ ਸੀ, ਰਿਜ਼ਰਵ ਹਲਕਾ। ਔਰ ਮੈਂ ਕੀ ਕਹਿੰਦਾ ਕਿ ਕਿਸੇ ਨੂੰ ਆਸ ਹੀ ਨਹੀਂ ਸੀ ਇੰਨੀਆਂ ਸੀਟਾਂ ਲੈ ਕੇ ਆਮ ਆਦਮੀ ਪਾਰਟੀ ਜਿੱਤੀ। ਤੇ ਆਂਸ਼ੂ ਬੰਗੜ ਨੂੰ ਦੂਜੇ ਪਾਸੇ ਬਕਾਇਦਾ ਤੌਰ ਤੇ ਕਾਂਗਰਸ ਨੂੰ ਆਫਰ ਆ ਗਈ ਤੇ ਉਹਨੇ ਆਮ ਆਦਮੀ ਪਾਰਟੀ ਦੀ ਆਫਰ ਠੁਕਰਾ ਕੇ ਤੇ ਕਾਂਗਰਸ ਨੂੰ ਪ੍ਰੈਫਰ ਕੀਤਾ ਕਿ ਇਹਨੂੰ ਕਾਂਗਰਸ ਟਿਕਟ ਦਿੱਤੀ। ਆਂਸ਼ੂ ਬੰਗੜ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਟਿਕਟ ਮੰਗਣ ਦੇ ਆਮ ਆਦਮੀ ਪਾਰਟੀ ਨੇ ਕੋਈ ਪੈਸੇ ਮੰਗੇ? ਕਹਿੰਦੇ ਬਿਲਕੁਲ ਨਹੀਂ ਮੰਗੇ। ਤੁਹਾਨੂੰ ਟਿਕਟ ਪ੍ਰਾਈਵੇਟ ਦਿੱਤੀ? ਕਹਿੰਦਾ ਬਿਲਕੁਲ, ਮੈਂ ਨਾ ਵਰਕਰ ਸੀ। ਲੇਕਿਨ ਬਾਅਦ ਦੇ ਵਿੱਚ ਜਦੋਂ ਕਾਂਗਰਸ ਦੀ ਟਿਕਟ ਮਿਲ ਗਈ ਤੇ ਫਿਰ ਉਹਨਾਂ ਇਲਜ਼ਾਮ ਲਾਇਆ ਕਿ ਮੈਨੂੰ ਇਹ ਪਰੇਸ਼ਾਨ ਕਰਦੇ ਸੀ, ਮੇਰੇ ਦਬਾਅ ਪਾਉਂਦੇ ਸੀ ਪੈਸੇ ਲੈਣ ਵਾਸਤੇ। ਆਂਸ਼ੂ ਬੰਗੜ ਨੇ ਉਹ ਗੱਲ ਕਹਿਤੀ, ਇਲੈਕਸ਼ਨ ਹੋਈ, ਆਂਸ਼ੂ ਬੰਗੜ ਬੜੀ ਬੁਰੀ ਤਰ੍ਹਾਂ ਹਾਰੇ, ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤ ਗਿਆ। ਹੁਣ ਆਂਸ਼ੂ ਬੰਗੜ ਤੇ ਇਲਜ਼ਾਮ ਕੋਈ ਨਹੀਂ, ਉਹ ਡਾਕਟਰ ਆ ਬੇਸਿਕਲੀ, ਉਹਦਾ ਆਪਣਾ ਹਸਪੀਟਲ ਆ। ਉਹਦੇ ਤੇ ਇਲਜ਼ਾਮ ਇਹ ਲਾਇਆ ਗਿਆ ਵੀ ਇਹ ਜਾਲੀ ਸਰਟੀਫਿਕੇਟ ਬਣਾ ਕੇ ਦਿੰਦਾ। ਠੀਕ ਹੈ, ਬਿਲਕੁਲ ਬਣਾ ਕੇ ਦਿੰਦਾ ਹੋਏਗਾ ਜੀ, ਤੁਸੀਂ ਇਨਕਾਰੀ ਨਹੀਂ ਹੈਗੇ। ਲੇਕਿਨ ਜਿਹੜੀ FIR ਦਰਜ ਕੀਤੀ ਗਈ ਆ ਉਹ ਕਿਸੇ ਵਿਅਕਤੀ ਵੱਲੋਂ ਨਹੀਂ, ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ। ਗੁਪਤ ਸੂਚਨਾ ਦੇ ਆਧਾਰ ਤੇ FIR ਦਰਜ ਤੁਸੀਂ ਕਰਦੇ ਹੋ 420, 460, 120, 465, 468 ਇਹ ਧਾਰਾ ਲਾਈਆਂ। ਕੋਈ ਗੱਲ ਨਹੀਂ, FIR ਦਰਜ ਕਰ ਲਈ। ਆਂਸ਼ੂ ਬੰਗੜ ਨੂੰ ਲੈਣ ਵਾਸਤੇ ਤੇ ਉਹਦੀ ਘਰ ਦੀ ਕਹਿੰਦੀ ਕਿੱਥੇ ਲੈ ਕੇ ਚੱਲੋ? ਕਹਿੰਦੀ ਬੀਬੀ ਜੀ ਕੋਈ ਗੱਲ ਨਹੀਂ, ਹੁਣ ਇਹਨਾਂ DSP ਸਾਹਿਬ ਮਿਲਾਉਣਾ ਦਾ ਬੁਲਾਇਆ ਜਰੀ, ਥੋੜਾ ਇਸ ਘਰ ਨੂੰ ਭੇਜਣਾ। ਉਹ ਕਹਿੰਦੀ ਕੋਈ ਗੱਲ। ਪਤਾ ਹੀ ਉਦੋਂ ਲੱਗਾ ਜਦੋਂ ਪਤਾ ਲੱਗਾ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮੋਗੇ ਲਿਜਾ ਕੇ ਉਹਨਾਂ ਨੂੰ, ਕਿਉਂਕਿ ਜ਼ਿਲ੍ਹਾ ਉਹਨਾਂ ਦਾ ਫਿਰੋਜ਼ਪੁਰ ਪੈਂਦਾ, ਮੋਗੇ ਲਿਜਾ ਕੇ ਤੁਸੀਂ ਬੰਦ ਕਰਤਾ। ਤੇ ਜਦੋਂ ਕਾਂਗਰਸੀ ਨੂੰ ਪਤਾ ਲੱਗਾ ਤੇ ਕਾਂਗਰਸੀ ਆ ਗਏ ਇਕੱਠੇ ਹੋ ਕੇ, ਸਾਬਕਾ ਵਿਧਾਇਕ ਵੀ ਆ ਗਏ ਤੇ ਮੌਜੂਦਾ ਵਿਧਾਇਕ ਵੀ ਆ ਕੇ ਦਿੱਤਾ ਧਰਨਾ ਉੱਥੇ ਵੀ ਛੱਡੋ ਜਾਂ ਪ੍ਰੂਫ ਦਿਓ, ਕੋਈ ਵਿਖਾਓ ਤੁਹਾਡੇ ਕੋਲ ਕੀ ਪ੍ਰੂਫ ਆ। ਜੇ ਨਹੀਂ ਅੱਗੇ ਤੇ ਜਾਤੀ ਇਹੋ ਜਿਹੀ ਸਿਆਸੀ ਵੰਡੇਟੇ ਨਾਲ ਅਸੀਂ ਜਿਹੜਾ ਮੁਕੱਦਮਾ ਦਰਜ ਨਹੀਂ ਕਰਨਾ। ਤੁਹਾਨੂੰ ਪਤਾ ਹੋਏਗਾ ਇੱਕ ਦਿਨ ਪਹਿਲਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਰਿਆਂ ਨੂੰ ਕਾਲ ਦਿੱਤੀ ਸੀ, ਸਾਰੇ ਇੱਕ ਮੰਚ ਤੇ ਇਕੱਠੇ ਹੋਏ, ਜਿੰਨੀਆਂ ਵਿਰੋਧੀ ਤੇ ਰਹਿ ਗਈ, ਜੇ ਬਚਣਾ ਜੇ ਨਹੀਂ ਬਚਣਾ ਤੇ ਵਾਰੀ ਸਾਰਿਆਂ ਦੀ ਵਾਰੀ ਆਉ। ਆਪਣੇ ਵਰਕਰ ਨੂੰ ਕਿਹਾ ਸੀ ਵੀ ਜਿੱਥੇ ਵੀ ਧੱਕਾ ਹੁੰਦਾ ਉੱਥੇ ਡਟ ਜਾਓ, ਲਾ ਦਿਓ ਮੋਰਚੇ, ਕੋਈ ਗੱਲ ਅਸੀਂ ਤੁਹਾਡੇ ਨਾਲ ਖੜੇ। ਉਹਦਾ ਜਿਹੜਾ ਰੋਸ ਸੀਗਾ ਬਕਾਇਦਾ ਤੌਰ ਤੇ ਬਾਜਵਾ ਸਾਹਿਬ ਦਾ ਬਿਲਕੁਲ ਠੀਕ ਸੀ ਕਿ ਇਹ ਪੋਲੀਟੀਕਲ ਵਿਨੈਕਟਾ ਜ਼ਿਆਦਾ ਵਾ ਜਾਂ ਨਿੱਜੀ ਇਹਨਾਂ ਦੀਆਂ ਰੰਜਿਸ਼ਾਂ ਨੇ ਤੇ ਇਹ ਉਹਨਾਂ ਨੂੰ ਦੇਖ ਕੇ ਤੇ ਮਾਹੌਲ ਖਰਾਬ ਕਰ। ਉਸ ਚੀਜ਼ ਨੂੰ ਲੈ ਕੇ ਉਹਨਾਂ ਕਾਂਗਰਸ ਨੇ ਕੱਲ ਸ਼ਾਮੀ ਧਰਨਾ ਤਾਂ ਡਟ ਕੇ ਦਿੱਤਾ, ਮੁਕੱਦਮਾ ਦਰਜ ਕਰਤਾ, ਤੁਸੀਂ ਲੈ ਜਾਓ ਬੰਦਾ ਫੜ ਕੇ ਅੰਦਰ, ਕੋਈ ਗੱਲ ਨਹੀਂ। ਲੇਕਿਨ ਸਬੂਤ ਤੋਂ ਕੋਈ ਦਿਓ ਨਾ। ਪੁਲਿਸ ਕਹਿੰਦੀ ਸਬੂਤ ਕੋਈ ਨਹੀਂ ਹੈਗਾ। ਪੁਲਿਸ ਖੁਦ ਮੰਨਦੀ ਆ ਵੀ ਸਬੂਤ ਕੋਈ ਨਹੀਂ ਹੈਗਾ, ਕਿਉਂਕਿ ਪੁਲਿਸ ਵੀ ਦੁਖੀ ਆ। ਜਿਨ੍ਹਾਂ ਨੇ ਸ਼ਾਮ ਨੂੰ ਮੁਰਗੇ ਖਾਣੇ ਦੇ ਲੋਕਾਂ ਦੇ ਢਿੱਡ ਵੱਢ ਕੇ ਤੇ ਸ਼ਰਾਬਾਂ ਪੀਣੀਆਂ ਹੁੰਦੀਆਂ ਸੀ, ਆਪਣੀ ਦਿਖਾਓ ਚ ਪੀਤੀਆਂ ਜਾਂਦੀਆਂ, ਉਹ ਕਦੀ ਨਹੀਂ ਪੀਤੀ। ਬਿਲਕੁਲ 9058131320 905 813 1320।
ਇੰਟਰਸਟੇਟ ਦੇ ਮੁੱਦਿਆਂ ਤੇ ਨਾਰਦਰਨ ਜਨਰਲ ਕਾਉਂਸਲਿੰਗ ਦੀ ਬੈਠਕ ਵਿੱਚ ਜੋ ਨਵਾਂ ਵਿਆਹਿਆ ਪੰਜਾਬ ਦਾ ਮੁੱਖ ਮੰਤਰੀ ਸ਼ਾਮਲ ਨਹੀਂ ਹੋ ਰਿਹਾ, ਹਰਪਾਲ ਚੀਮਾ ਕਰਨਗੇ ਅਗਵਾਈ। ਇਹਨਾਂ ਚੋਂ ਉੱਥੇ ਆਪਣੀ ਗੱਲ ਧੜੱਲੇ ਨਾਲ ਤਰੀਕੇ ਤੇ ਸਲੀਕੇ ਨਾਲ ਕੋਈ ਪੇਸ਼ ਨਹੀਂ ਕਰ ਸਕਦਾ। ਇੱਥੇ ਚਾਹੀਦਾ ਸੀ ਨਵਜੋਤ ਸਿੰਘ ਸਿੱਧੂ, ਹਾਏ 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 ਹਾਏ, ਇੱਥੇ ਚਾਹੀਦਾ ਸੀ ਬਕਾਇਦਾ ਤੌਰ ਤੇ ਸੁਖਪਾਲ ਖਹਿਰਾ, ਐਸੋ ਵੇਲੇ ਵੀ ਤੈਨੂੰ ਇੱਥੇ ਲੋੜ ਚਾਹੀਦਾ ਸੀ ਪ੍ਰਤਾਪ ਬਾਜਵਾ। ਹਾਂ, ਇਹ ਬੰਦੇ ਹੁੰਦੇ ਤੇ ਧੂਆ ਕੱਢ ਕੇ ਬਕਾਇਦਾ ਤੌਰ ਤੇ ਗ੍ਰਹਿ ਮੰਤਰੀ। ਭਾਈ ਜੇ ਤੁਹਾਡੀ ਪਾਰਟੀ ਆ ਗਈ ਹੈ ਸੱਤਾ ਤੇ ਲੈ ਲਓ ਨਾਲ, ਬੰਦੇ ਤੇ ਆਪਣੇ ਨੇ, ਉਹ ਬਗਾਨੇ ਤੇ ਹੈ ਨਹੀਂ। ਨਾਲੇ ਪੰਜਾਬ ਸੂਬੇ ਦਾ ਮਾਮਲਾ, ਉਹ ਪੂਰੀ ਗੱਲ ਕਰਨਗੇ। ਇਹਨੇ ਤੁਸੀਂ ਕਹਿੰਦੇ ਹੋ ਜੀ ਅਸੀਂ ਬੜੇ ਸਾਦੇ ਰਸਮ ਨਾਲ ਸ਼ਾਦੀ ਕਰਾਈ ਹੈ, ਦੂਸਰੀ ਸ਼ਾਦੀ ਕਰਾਈ, ਕੋਈ ਗੱਲ ਨਹੀਂ, ਸਾਰੀ ਦੁਨੀਆ ਕਰਾਉਂਦੀ ਹੈ। ਹੁਣ ਸਮਾਂ ਕਿੰਨਾ, ਜੇ 1 ਜਾਂ 2 ਦਿਨ ਤੁਸੀਂ ਆਪਣੀ ਪਤਨੀ ਨੂੰ ਲੈ ਜਾਓ ਹੈਲੀਕਾਪਟਰ ਤੁਹਾਡੇ ਕੋਲ, ਜਾ ਕੇ ਤੁਸੀਂ ਘੁੰਮ ਕੇ ਵੀ ਆਓ ਉੱਥੇ ਜਿਹੜਾ ਉਦੈਪੁਰ ਦੇ ਵਿੱਚ, ਨਾਲ ਤੁਸੀਂ ਜਿਹੜੇ ਸੀ ਮੀਟਿੰਗ ਅਟੈਂਡ ਕਰਕੇ, ਮੀਟਿੰਗ ਨਹੀਂ 3-4 ਦਿਨ ਚੱਲੂਗੀ, ਕਿਦੋਂ ਦੀ ਚੱਲਣੀ। ਪਰ ਨਹੀਂ, ਕਹਿ ਦਿੱਤਾ ਜੀ ਬਾਕੀ ਜਿਹੜੇ ਅਫਸਰ ਆ, ਇੱਕ ਹਰਜੋਤ ਬੈਂਸ ਤੇ ਇੱਕ ਹਰਪਾਲ ਚੀਮਾ, ਦੋ ਇਹ ਪੋਲੀਟੀਕਲ ਬੰਦੇ ਹੁੰਦੇ ਤੇ ਬਾਕੀ ਅਫਸਰ ਜਾਣ। ਜਿਹੜੇ ਅਫਸਰ ਆ ਉਹ ਉਨੀ ਕੀ ਗੱਲ ਕਰਦੇ ਆ ਜਿੰਨੀ ਕਿ ਦੀ ਲੋੜ ਹੋਵੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਅਫਸਰ ਨੂੰ ਅੱਜ ਅਸੀਂ ਇੱਥੇ ਤੇ ਕੱਲ ਨੂੰ ਦਿੱਲੀ ਜਾ ਸਕਦੇ, ਹਰਿਆਣੇ ਜਾ ਸਕਦੇ, ਕਿਤੇ ਵੀ ਜਾ ਸਕਦੇ। ਬਸ ਉਹਨਾਂ ਨੂੰ ਕੀ, ਉਹਨਾਂ ਨੇ ਉਹਦੇ ਲਕੀਰ ਤੇ ਫਕੀਰ ਆ ਜੀ, ਕਿਤੇ ਫਕੀਰ ਆ। ਹੁਣ ਮੈਨੂੰ ਨਹੀਂ ਉਮੀਦ ਵੀ ਇਹ ਹਰਪਾਲ ਚੀਮਾ ਬਕਾਇਦਾ ਤੌਰ ਤੇ ਨਾਲ ਜਿਹੜਾ ਹਰਜੋਤ ਬੈਂਸ ਆਪਣੀ ਗੱਲ ਤਰੀਕੇ ਤੇ ਤਰੀਕੇ ਨਾਲ ਉੱਥੇ ਰੱਖ ਸਕਦਾ। ਵਿਧਾਨ ਸਭਾ ਤੋਂ ਚੱਲਦੀ ਵੇਖ ਲਈ ਹੈ, ਵਿਰੋਧੀ ਧਿਰ ਦਾ ਇੱਕ ਬੰਦਾ ਉੱਠਦਾ ਸੀ, ਸਾਰੇ ਨੂੰ ਚੁੱਪ ਕਰਾਉਂਦਾ ਸੀ। ਭਾਵੇਂ ਉਹ ਪ੍ਰਤਾਪ ਬਾਜਵਾ ਉੱਠੇ, ਭਾਵੇਂ ਉਹ ਸੁਖੀ ਰੰਧਾਵਾ ਉੱਠੇ, ਭਾਵੇਂ ਉਹ ਸੁਖਪਾਲ ਖਹਿਰਾ ਉੱਠੇ, ਸਾਰੇ ਚੁੱਪ ਕਰਾਉਂਦਾ, ਬੋਲਦਾ ਕੋਈ ਨਹੀਂ ਸੀ। ਇੱਥੇ ਕੀ ਬੋਲਣਗੇ? ਹੁਣ ਮੁੱਦੇ ਨੇ ਬੜੇ ਵੱਡੇ ਉੱਥੇ। ਹਰਿਆਣਾ ਉੱਥੇ ਆਪਣਾ ਪੱਖ ਪੇਸ਼ ਕਰੇਗਾ, ਮੁੱਖ ਮੰਤਰੀ ਆਪ ਜਾਏਗਾ, ਕਹੇਗਾ ਜੀ ਐਸਵਾਈ ਦਾ ਪਾਣੀ ਸਾਨੂੰ ਇਮੀਡੀਏਟਲੀ ਦਿੱਤਾ ਜਾਵੇ, ਸੁਪਰੀਮ ਕੋਰਟ ਦੇ ਹੁਕਮ ਇੰਪਲੀਮੈਂਟ ਕੀਤੇ ਜਾਣ। ਪੰਜਾਬ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀ ਬਣਨੀ ਚਾਹੀਦੀ ਹੈ, ਤਾਂ ਕੋਈ ਕੰਮ ਨਹੀਂ ਪੰਜਾਬ ਦਾ ਇੱਥੇ। ਕਾਨੂੰਨ ਨਿਰਸਾ ਦੀ ਗੱਲ ਕੀਤੀ ਜਾਊਗੀ, ਹਾਈ ਕੋਰਟ ਦੀ ਕਿਸੇ ਨੂੰ ਵੱਖਰੀ ਹਾਈ ਕੋਰਟ ਦਿੱਤੀ ਜਾਵੇ, ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਖਤਮ ਕੀਤਾ ਜਾਵੇ। ਇਹ ਪੰਜਾਬ ਹਰਿਆਣਾ ਆਪਣਾ ਮੁੱਦਾ ਠਹਿਗਾ ਕਿ ਸਾਡੇ ਬੰਦੇ ਕੀ ਠੋਣਗੇ, ਐਸਵਾਈ ਦਾ ਮੁੱਦਾ ਖਤਮ ਕੀਤਾ ਜਾਵੇ। ਬਿਲਕੁਲ ਠੀਕ ਹੈ, ਮੁੱਦਾ ਵਧੀਆ ਚੱਲਦਾ। ਐਸਵਾਈ ਦਾ ਕੋਈ ਮੁੱਦਾ ਨਹੀਂ ਹੈਗਾ। ਹੁਣ ਐਸਵਾਈ ਕਨਾਲ ਤੇ ਪੂਰਤੀ ਖੰਡਰ ਬਣੀ ਪਈ, ਉਹਦੇ ਕਿੱਥੋਂ ਪਾਣੀ ਮਿਲਣਾ ਤੁਹਾਨੂੰ? ਹੁਣ ਪਾਣੀ ਦੀ ਰਾਇਲਟੀ ਦਿੱਤੀ ਜਾਵੇ, ਮੁੱਦਾ ਵਧੀਆ ਹੈਗਾ, ਭਾਵੇਂ ਹਰਿਆਣਾ ਹੋਵੇ ਤੇ ਭਾਵੇਂ ਰਾਜਸਥਾਨ, ਪਰ ਰਾਇਲਟੀ ਸਟੇਟ ਗਵਰਨਮੈਂਟ ਸੈਂਟਰ ਲੈ ਕੇ ਦੇਵੇ। ਜਿਹੜੇ ਗੈਂਗਸਟਰ ਹਰਿਆਣੇ ਤੇ ਪਨਾਹ ਲੈਂਦੇ ਆ, ਉਹ ਮੁੱਦਾ ਵੀ ਅੱਜ ਉਠਾਇਆ ਜਾਵੇਗਾ ਉੱਥੇ। ਮੁੱਦੇ ਸਾਰੇ ਵਧੀਆ, ਮੁੱਦੇ ਮਾੜੇ ਨਹੀਂ ਹੈਗੇ। ਤੇ ਗੈਂਗਸਟਰ ਸਟੇਟ ਦੇ ਵਿੱਚ ਇੰਟਰ ਸਟੇਟ ਨੋਡਲ ਏਜੰਸੀ ਸਥਾਪਿਤ ਕਰਨ ਦੀ ਗੱਲ ਕਰੇਗਾ। ਤੁਹਾਨੂੰ ਪਤਾ ਹੋਵੇਗਾ ਕੁਝ ਸਾਲ ਪਹਿਲਾਂ ਇੱਕ ਨੋਡਲ ਏਜੰਸੀ ਬਣਾਈ ਸੀ ਨਾ, ਉਹਦੇ ਵਿੱਚ ਹਰਿਆਣਾ ਵੀ ਸ਼ਾਮਲ ਸੀ, ਜੰਮੂ ਕਸ਼ਮੀਰ ਵੀ ਸ਼ਾਮਲ ਸੀ, ਚੰਡੀਗੜ੍ਹ ਵੀ ਸ਼ਾਮਲ ਸੀ, ਹਿਮਾਚਲ ਵੀ ਸ਼ਾਮਲ ਸੀ, ਰਾਜਸਥਾਨ ਸ਼ਾਮਲ ਸੀ। ਉਹਦਾ ਸ਼ਾਇਦ ਚੰਡੀਗੜ੍ਹ ਕੇ ਕਿੱਥੇ ਹੈਡਕੁਆਟਰ ਬਣਾਇਆ ਸੀ। ਕਿ ਜਦੋਂ ਵੀ ਕਿਤੇ ਇੰਟਰ ਸਟੇਟ ਲੋੜ ਪੈਂਦੀ ਹੈ ਤੇ ਉਹ ਜਿਹੜੀ ਸਟੇਟ ਦੀ ਪੁਲਿਸ ਇੱਥੇ ਏਜੰਸੀਆਂ ਕਰਾਤਾ ਕਰਨਗੇ ਤੇ ਏਜੰਸੀ ਆਪਣੇ ਲੈਵਲ ਤੇ ਚੈੱਕ ਕਰਾਤਾ ਕਰਨਗੀ ਜੀ, ਲੇਕਿਨ ਉਹ ਕਾਮਯਾਬ ਨਹੀਂ ਹੋ ਸਕਦੀ। ਤੇ ਇਹ ਮੁੱਦਾ ਵੀ ਸਾਡੀ ਸਟੇਟ ਤੇ ਆਏਗੀ, ਬੜਾ ਵਧੀਆ ਮੁੱਦਾ ਜੀ। ਜਿਹੜੀ ਹੁਣ ਇੱਕ ਇਹਨਾਂ ਨੇ ਕਿਹਾ ਵੀ ਜਿਹੜੀ ਦਿੱਲੀ, ਹਰਿਆਣਾ, ਹਿਮਾਚਲ, ਪੰਜਾਬ ਜਿਹੜੇ ਆਦਿ ਬਾਰਡਰ ਆ, ਉਹਨਾਂ ਦੇ ਉੱਤੇ ਸਹੀ ਤਰੀਕੇ ਦਾ ਆਵਾਜਾਈ ਤੇ ਸਹੀ ਤਰੀਕੇ ਦਾ ਜਿਹੜਾ ਅਸੀਂ ਪ੍ਰਬੰਧ ਕਰਨ ਵਾਸਤੇ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਜੀ। ਇਹ ਵੀ ਮੁੱਦਾ ਵਧੀਆ ਵਾ। ਤੇ ਗੁਆਂਢੀ ਰਾਜਾਂ ਤੋਂ ਜਿਹੜੀ ਸ਼ਰਾਬ ਤਸਕਰੀ ਆਉਂਦੀ ਆ, ਉਹਨੂੰ ਰੋਕਣ ਵਾਸਤੇ ਜਿਹੜੀ ਆ ਉਹ ਟਾਸਕ ਫੋਰਸ ਦਾ ਗਠਨ ਕੀਤਾ ਜਾਵੇ। ਮੁੱਦੇ ਸਾਰੇ ਬੜੇ ਵਧੀਆ ਨੇ, ਲੇਕਿਨ ਉਠਾਉਣੇ ਕਿਸ ਤਰੀਕੇ ਨਾਲ, ਕਿੰਨੇ ਕਿ ਹਿੱਕ ਦੇ ਜ਼ੋਰ ਨਾਲ ਉੱਥੇ ਗੱਲ ਕਰਨੀ ਆ, ਇਹ ਤੇ ਹੁਣ ਵੀ ਆਪਾਂ ਨੂੰ ਪਤਾ ਨਹੀਂ। ਇਹ ਹਰਪਾਲ ਸਿੰਘ ਚੀਮਾ ਤੇ ਹਰਜੋਤ ਸਿੰਘ ਬੈਂਸ ਹੀ ਦੱਸ। ਚਲੋ ਹਰਜੋਤ ਸਿੰਘ ਬੈਂਸ ਚੰਡੀਗੜ੍ਹ ਕੀ ਕਰੇਗਾ? ਚੰਡੀਗੜ੍ਹ ਕੀ ਕਰੇਗਾ? ਚੰਡੀਗੜ੍ਹ ਦੀ ਮੰਗ ਇਹ ਆ ਵੀ ਵੇਖੋ, ਚੰਡੀਗੜ੍ਹ ਦੇ ਵਿੱਚ ਦੀ ਜਿਹੜੀ ਸਾਡੀ ਆਵਾਜਾਈ ਜਾਂਦੀ ਆ ਬਾਕੀ ਸਟੇਟਾਂ ਨੂੰ, ਇਹਦੇ ਵਾਸਤੇ ਬਕਾਇਦਾ ਤੌਰ ਤੇ ਇੱਕ ਰਿੰਗ ਰੋਡ ਬਣਾਈ ਜਾਵੇ, ਜਿਹੜੀ ਬਾਹਰੋਂ ਸਟੇਟ ਟੂ ਸਟੇਟ ਆਵਾਜਾਈ ਹੁੰਦੀ ਉਹਨੂੰ ਚੰਡੀਗੜ੍ਹ ਸੈਂਟਰ ਨਾਲ ਕਰਨਾ ਪਵੇ, ਬਾਹਰੋਂ ਬਾਰੀ ਚੱਲ ਜਾਏ ਤੇ ਚੰਡੀਗੜ੍ਹ ਦਾ ਅਸੀਂ ਮਾਹੌਲ ਠੀਕ ਰਹੇ। ਜਿਹੜੀ ਸੁਖਮਨਾ ਲਾਈਫ ਹੈ, ਸੁਖਮਨਾ ਲੇਕਚਰੀ ਹੈਗੀ ਹੈ, ਸੁਖਮਨਾ ਵਾਈਡ ਜਿਹੜੀ ਲਾਈਫ ਸੈਂਚਰੀ ਆ, ਉਹਦੀ ਹਿਫਾਜ਼ਤ ਨੂੰ ਹਿਫਾਜ਼ਤ ਕਰਨ ਵਾਸਤੇ ਬਾਉਂਡਰੀ ਬਣਨ ਦੀ ਗੱਲ ਕੀਤੀ ਜਾਏਗੀ। ਕਿਉਂਕਿ 90% ਬਾਉਂਡਰੀ ਜਿਹੜੀ ਆ ਉਹ ਪੰਜਾਬ ਤੇ ਹਰਿਆਣਾ ਨਾਲ ਮਿਲਦੀ ਹੈ।
ਇਸ ਕਰਕੇ ਉਹ ਜਿਹੜੀ ਆ ਇੱਕ ਆਪਣੀ ਹਰਿਆਣੇ ਦੀ ਜੁਡੀਸ਼ਨ ਆ ਉਹਦੀ ਵੀ ਗੱਲ ਕਰਾਂਗੇ ਤੇ ਨਾਲ ਪੰਜਾਬ ਯੂਨੀਵਰਸਿਟੀ ਸੈਂਟਰ ਨੂੰ ਦੇਣ ਦੀ ਵੀ ਗੱਲ ਕੀਤੀ ਜਾਏਗੀ। ਇਹ ਯੂਨੀਵਰਸਿਟੀ ਦਾ ਮੁੱਦਾ ਕਾਫੀ ਗਰਮ ਰਹੇਗਾ। ਹਰਿਆਣਾ ਵੀ ਕਹੇਗਾ ਸੈਂਟਰ ਨੂੰ ਦਿਓ, ਚੰਡੀਗੜ੍ਹ ਕਹਿਣ ਸੈਂਟਰ ਨੂੰ ਦਿਓ। ਕਿਆ ਬਾਤ। ਜਿਹੜੀ ਸਾਡੇ ਨੇ ਇਹ ਕਹਿਣਗੇ ਸਾਡੇ ਕੋਲ ਰਹਿੰਦੇ ਯੂਨੀਵਰਸਿਟੀ ਸਾਡੀ ਹੈ। ਗੱਲ ਵੀ ਠੀਕ ਆ। ਜੀ ਜੀ ਮੀਤ ਹੇਅਰ ਨੇ ਬੜੀ ਸੋਹਣੀ ਗੱਲ ਕੀਤੀ ਸੀ, ਚੁੱਪ ਕਰਕੇ ਬਹਿ ਗਏ, ਪੁੱਛਕੇ ਨਹੀਂ ਉਦੋਂ ਬਾਅਦ। ਹੁਣ ਕਾਰਵਾਈ ਕੀ ਕਰ ਰਹੇ ਸਾਨੂੰ ਨਹੀਂ ਪਤਾ। ਹਿਮਾਚਲ ਵਾਲੇ ਕਹਿੰਦੇ ਜੀ BBMC ਸਾਡਾ ਹਿੱਸਾ ਦਿਓ, ਹਾਂ ਉਹ ਸਾਡੇ ਹਿੱਸਾ ਦਿਓ ਤੇ ਉਹ ਮੰਗਣਗੇ ਉੱਥੋਂ ਆਪਣਾ। ਲਦਾਖ ਜਿਹੜਾ ਵਿਵਾਦ ਹੱਲ ਕਰੋ, ਜਿਹੜੀ ਅੰਦਰੂਨੀ ਸੁਰੱਖਿਆ ਵਾ ਉਹਨੂੰ ਯਕੀਨੀ ਬਣਾਓ ਤੇ ਸੀਮਾ ਪਾਰ ਤੋਂ ਜਿਹੜੀ ਸਮਗਲਿੰਗ ਹੁੰਦੀ ਹੈ ਬੰਦ ਕਰੋ। ਜੀ ਇਹ ਸਾਡੇ ਮੁੱਦਾ ਉਠਾਉਣਗੇ ਜੀ ਕਿ ਬਾਰਡਰ ਤੋਂ ਸਮਗਲਿੰਗ ਬੰਦ ਕੀਤੀ ਜਾਵੇ। ਜੀ ਜੀ ਕਲਯੁਗ ਹੈ, ਕਲਯੁਗ ਹੈ ਬਈ, ਕਲਯੁਗ ਹੈ। ਕਲਯੁਗ ਤੇ ਕਹਿੰਦੇ ਜੇ ਰਿੜ ਰਿਹਾ ਪੱਟੀ ਸਾਹਿਬ, ਜੀ 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 ਅਜੇ ਤੁਰਨਾ ਵੀ ਸ਼ੁਰੂ ਨਹੀਂ ਹੋਇਆ। ਵੈਸੇ ਇਹੋ ਜਿਹੀਆਂ ਖਬਰਾਂ ਪੜ੍ਹਦੇ ਆ ਨਾ ਜਦੋਂ ਸ਼ਰਮਸ਼ਾਰ ਹੋ ਜਾਂਦਾ ਕਲਯੁਗੀ ਬਾਪ। ਬਿਲਕੁਲ 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 ਪਰ ਪਰ ਅਸੀਂ ਸ਼ਰਮਸ਼ਾਰ ਕਹਿਤਾ, ਮੈਂ ਸ਼ਰਮਸ਼ਾਰ ਉਹ ਕਹਿੰਦੇ ਆਪਾਂ। ਪਰ ਇਹੋ ਜਿਹੀਆਂ ਗੱਲਾਂ ਨੂੰ ਸੁਰਖੀਆਂ ਲਾ ਕੇ, ਪਾਊਡਰ ਲਾ ਕੇ, ਬਿੰਦੀਆਂ ਲਾ ਕੇ, ਸ਼ਿੰਗਾਰ ਕੇ ਪੇਸ਼ ਕਰਨ ਵਾਲੇ ਚੈਨਲ ਜਿਹੜੇ ਨੇ ਉਹਨਾਂ ਦੇ ਹਿੱਟ ਮਿਲੀਅਨਸ ਹੁੰਦੇ ਨੇ। ਪੁੱਟਿਆ ਪਹਾੜ ਨਿਕਲਿਆ ਚੂਹਾ ਖਿੱਦੋ। ਇਹ ਸਵਾਲ ਨੂੰ ਮੈਂ ਟਸਕਰੇ ਲਾ ਲਾ ਕੇ ਪੁੱਛ ਸਕਦਾ ਸੀ। ਟਸਕਰੇ ਲਾ ਲਾ ਕੇ ਸਵਾਲ ਤੇ ਟਸਕਰੇ ਲਾ ਲਾ ਕੇ ਉਹ ਐਨ ਬੱਬੂ ਮਾਨ ਦਾ ਗੀਤ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ। ਜੀ 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 ਟਸਕਰੇ ਲਾ ਕੇ ਅੱਜ ਵਿਕਦਾ ਹੀ ਇਹ ਹੈ। ਪਰ ਅਸੀਂ ਮੈਂ ਲਫ਼ਜ਼ ਵਰਤਿਆ ਕਿ ਸ਼ਰਮਸ਼ਾਰ ਹੋ ਜਾਂਦਾ। ਕਲਯੁਗੀ ਬਾਪ ਤੇ ਭਤੀਜੇ ਨੇ ਧੀ ਨੂੰ ਕੀਤਾ ਗਰਭਵਤੀ। ਧੀ ਨੇ ਹਸਪਤਾਲ ਦੇ ਵਿੱਚ ਮਰੇ ਹੋਏ ਬੇਟੇ ਨੂੰ ਜਨਮ ਦਿੱਤਾ। ਹੁਣ ਕਿਹਦਾ ਹੈ? ਭਤੀਜੇ ਦਾ ਹੈ, ਪਿਓ ਦਾ ਹੈ। ਮਾਮਲਾ ਪੁਲਿਸ ਕੋਲ ਪੁੱਜਾ। ਅਦਾਲਤ ਨੇ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ। 10 ਜਿਹੜੀ ਕਿ ਥੋੜੀ ਹੈ। 11,000 ਰੁਪਏ ਜੁਰਮਾਨਾ, ਇਹ ਵੀ ਥੋੜਾ ਹੈ। ਇਹ ਤੇ ਇੱਕ ਇਹੋ ਜਿਹੀ ਹੋਣੀ ਚਾਹੀਦੀ ਸਜ਼ਾ ਕਿ ਮਿਸਾਲ ਹੋ ਜਾਵੇ। ਮਿਸਾਲ ਬਿਲਕੁਲ ਬਿਲਕੁਲ ਕਹਿੰਦੇ ਆ ਅਰਬ ਦੇ ਵਿੱਚ ਸੰਗਮਰਮਰ ਕੀਤਾ ਜਾਂਦਾ ਨਾ, ਪੱਥਰ ਮਾਰ ਮਾਰ ਕੇ ਮਾਰਿਆ ਜਾਂਦਾ। ਚੋਰੀ ਕਰਨ ਵਾਲੇ ਦੇ ਹੱਥ ਕੱਟੇ ਜਾਂਦੇ ਆ। ਸੁਣਦੇ ਹੁੰਦੇ ਸਾਂ ਇੰਡੀਆ ਆਉਣ ਤੋਂ, ਇੱਥੇ ਕੈਨੇਡਾ ਆਉਣ ਤੋਂ ਪਹਿਲਾਂ 10-15 ਵਰੇ ਪਹਿਲਾਂ ਵੀ ਬਾਹਰਲੇ ਮੁਲਕਾਂ ਦੇ ਦਰਵਾਜ਼ੇ ਖੁੱਲੇ ਰਹਿੰਦੇ, ਚੋਰੀ ਕਰਨ ਵਾਲੇ ਦਾ ਹੱਥ ਕੱਟ ਦਿੱਤਾ ਜਾਂਦਾ, ਅੱਖਾਂ ਕੱਢ ਦਿੱਤੀਆਂ ਜਾਂਦੀਆਂ। ਜੀ ਭੈੜੀ ਨਿਗਾਹ ਵੇਖਦਾ, ਜਿਹੋ ਜਿਹਾ ਜੁਰਮ ਉਹੋ ਜਿਹੀ ਸਜ਼ਾ। ਬਿਲਕੁਲ ਆ ਕੀ ਆ 10 ਸਾਲ ਤੇ ਕੱਲ ਪਰਸੋਂ ਹੀ ਆਏ ਲੋ। ਬਿਲਕੁਲ ਜੀ ਬਿਲਕੁਲ। ਜੇ ਇਹ ਸੱਚ ਹੈ, ਜੇ ਸੱਚਾਈ ਹੈ ਇਹਦੇ ਵਿੱਚ, ਕੀ ਕਹਿਣਾ ਚਾਹੋਗੇ? ਇਹ ਹੁਸ਼ਿਆਰਪੁਰ ਦੀ ਫਾਸਟ ਟ੍ਰੈਕ ਨੇ ਫੈਸਲਾ ਦਿੱਤਾ। ਇਹ ਐਡੀਸ਼ਨ ਸਿਆਸਤ ਜਿਹੜੇ 6000 ਜੱਜ ਹੈਗੀ ਹੁਸ਼ਿਆਰਪੁਰ ਦੀ ਅੰਜਨਾ, ਉਹਨੇ ਫੈਸਲਾ ਦਿੱਤਾ। ਇਹ ਲੜਕੀ ਦੇ ਨਾਲ ਇਹਦਾ ਜਿਹੜਾ ਚਚੇਰਾ ਭਰਾ ਸੀਗਾ ਉਹ ਉਹਨਾਂ ਧਮਕਾ ਕੇ, ਡਰਾ ਕੇ ਬਲਾਤਕਾਰ ਕਰਤਾ। ਪਹਿਲਾਂ ਇੱਕ ਦਿਨ ਕੀਤਾ, ਮੁੜ ਕੇ 2 ਦਿਨ ਬਾਅਦ, ਮੁੜ ਕੇ ਫਿਰ ਡੇਲੀ ਹੋ ਗਿਆ। ਤੇ ਜਦੋਂ ਉਹਨੇ ਆਪਣੇ ਫਾਦਰ ਨੂੰ ਗੱਲ ਦੱਸੀ ਮੇਰੇ ਨਾਲ ਬਲਾਤਕਾਰ ਕਰਦਾ, ਤਾਂ ਉਹਨੇ ਭਤੀਏ ਨੂੰ ਰੋਕਣ ਦੇ ਵਜ੍ਹਾ ਆਪ ਵੀ ਬਲਾਤਕਾਰ। ਓਏ ਹੋਏ ਹੋਏ। ਉਹ ਲਗਾਤਾਰ ਸਿਸਟਮ ਚੱਲਦਾ ਰਿਹਾ। ਅਖੀਰ ਉਹ ਗਰਭਵਤੀ ਹੋਣ ਤੋਂ ਬਾਅਦ ਇੱਕ ਜੋ ਉਹਨੂੰ ਆਪਣੇ ਪੇਟ ਚ ਦਰਦ ਹੋਈ, ਹਸਪੀਟਲ ਲੈ ਕੇ ਗਏ। ਜਿਹੜਾ ਚਚੇਰਾ ਭਰਾ ਸੀ ਹਸਪੀਟਲ ਲੈ ਕੇ ਗਏ ਤੇ ਡਾਕਟਰ ਨੇ ਕਿ ਭਾਈ ਇਹ ਗਰਭਵਤੀ। ਉੱਥੇ ਪੀੜਾ ਸ਼ੁਰੂ ਹੋਈ। ਜਦੋਂ ਉਹਦਾ ਦੱਸਿਆ ਗਰਭਵਤੀ ਹੈ, ਜਿਹੜਾ ਚਚੇਰਾ ਭਰਾ ਸੀ ਹਸਪੀਟਲ ਭੱਜ ਪਿਓ ਵੀ ਦੌੜ ਗਿਆ, ਕੱਲੀ ਛੱਡ ਕੀਤੀ। ਉਹਨਾਂ ਡਾਕਟਰਾਂ ਨੇ ਫਿਰ ਪੁਲਿਸ ਦੇ ਚੱਬੇਵਾਲ ਥਾਣੇ ਨੂੰ ਰਿਪੋਰਟ ਦਿੱਤੀ। ਸਕਾ ਪਿਓ? ਹਾਂਜੀ ਹਾਂਜੀ। ਇੱਕ ਨਹੀਂ ਜੀ, ਬੜੀਆਂ ਕਹਾਣੀਆਂ ਹੈਗੀਆਂ। ਇੱਥੋਂ ਤੱਕ ਵੀ ਵੇਖੇ ਨੇ ਜਿਹੜੇ ਕਹਿੰਦੇ ਜੀ ਘੋੜੀ ਬੁੱਢੀ ਹੋਈ ਤੇ ਵਿਚਾਰੀ ਪਿਛੜੀ ਦੇ ਕੱਟ ਪਾ ਲਈ ਸੀ। ਇਹੋ ਜਿਹੇ ਹੈਗੇ ਨੇ ਬੇਸ਼ਰਮ ਬੰਦੇ ਸਨ। ਹੁਣ ਇਹ ਜਿਹੜੀ ਕੁੜੀ ਸੀਗੀ, ਇਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਜਿਹੜਾ ਬੇਟਾ ਜਨਮਿਆ ਉਹ ਮੁੜ ਕੇ ਜਨਮ ਦੇ ਬਾਅਦ ਮਰ ਗਿਆ। ਹੁਣ ਪਿਓ ਵੀ ਭਗੌੜਾ ਸੀਗਾ ਤੇ ਚਚੇਰਾ ਭਰਾ ਭਗੌੜਾ ਸੀ। ਪੁਲਿਸ ਨੇ ਅਖੀਰ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਹ ਲੜਕੀ ਦੇ ਬਿਆਨਾਂ ਦੇ ਉੱਤੇ ਇਹਨਾਂ ਨੇ ਮੁਕੱਦਮਾ ਦਰਜ ਕੀਤਾ 376 ਤੇ 506। ਇਹ 14 ਮਈ 2020 ਦੀ ਗੱਲ ਹੈ। ਤੇ ਨਾਲ 302 ਦਾ ਕਿਉਂ ਨਹੀਂ? ਅਜੇ ਚਾਵਲਾ ਸਾਹਿਬ ਫਾਸਟ ਟਰੈਕ 'ਚ ਕੇਸ ਲੱਗਾ। ਫਾਸਟ ਟਰੈਕ ਦੇ ਬੜੇ ਤੇਜ਼ੀ ਨਾਲ ਸੁਣੀ ਹੁੰਦੀ ਆ। ਜੇ ਫਾਸਟ ਟਰੈਕ ਦੇ ਵਿੱਚ ਵੀ ਇਸ ਕੇਸ ਨੂੰ 2 ਸਾਲ ਲੱਗੇ ਤੇ ਲਾਂਤ ਫੜੀ ਤਾਂ ਪਾਸ ਜਾਂ ਸਾਡੀਆਂ ਸਰਕਾਰਾਂ ਦੇ।
2 ਸਾਲ ਬਾਅਦ ਉਹਦਾ ਫੈਸਲਾ ਆਇਆ ਵਾ ਤੇ ਇਹਨਾਂ ਦੋਵਾਂ ਨੂੰ ਜਾਣਿਆਂ ਨੂੰ 10 ਸਾਲ ਤੱਕ ਸਜ਼ਾ ਸੁਣਾਈ ਹੈ, ਨਾਲ 11,000 ਰੁਪਏ ਜੁਰਮਾਨਾ ਹੈ। ਜੇ 11,000 ਰੁਪਏ ਜੁਰਮਾਨਾ ਨਹੀਂ ਦੇਣਗੇ ਤੇ 6 ਮਹੀਨੇ ਦੀ ਹੋਰ ਕੈਦ। ਨਹੀਂ ਤੇ ਜਿਹਦੇ ਨਾਲ ਅਤਿਆਚਾਰ ਹੋ ਗਿਆ, ਕਿਸੇ ਪਾਸੇ ਦੀ ਨਹੀਂ ਛੱਡੀ ਇਹਨਾਂ ਕਲਯੁਗੀਆਂ ਨੇ, ਉਹ ਕਿੱਥੇ ਜਾਊਗੀ? ਉਹਨੂੰ ਕੌਣ ਲਊਗਾ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਮਾਫ ਕਰਨਾ, ਜੱਜ ਸਾਹਿਬ ਦਾ ਫੈਸਲਾ, ਅਸੀਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ, ਪਰ ਸਵਾਲ ਤੇ ਉਠਾ ਸਕਦੇ ਹਾਂ ਉਸ ਮਤਲਬ ਜਿਸ ਧੀ ਦੇ ਨਾਲ ਕਲਯੁਗੀ ਬਾਪ ਤੇ ਭਤੀਜੇ ਨੇ, ਭਰਾ ਹੀ ਆ, ਇਹ ਕੁਝ ਕਰਮ, ਉਹ ਕਿਸ ਜੋਗੀ ਆ? ਉਹਦੀ ਭਰਪਾਈ ਕੀ? ਉਹਨੂੰ ਕੀ ਮੁਆਵਜ਼ਾ ਮਿਲਿਆ? ਉਹਨੂੰ ਕੁਛ ਨਹੀਂ, ਕਾਨੂੰਨ ਸਾਡਾ ਕੋਈ ਹੈ ਹੀ ਨਹੀਂ ਹਜੇ ਬਣਿਆ ਕਿ ਉਹਨੂੰ ਮੁਆਵਜ਼ਾ ਦਿੱਤਾ ਜਾਵੇ, ਉਹਦੀ ਕੀ ਹਿਫਾਜ਼ਤ ਕੀਤੀ ਜਾਵੇ। ਵੱਧ ਤੋਂ ਵੱਧ ਉਹ ਚਾਈਲਡ ਕੇਅਰ ਸੈਂਟਰ ਭੇਜ ਦੇਣਗੇ, ਵੱਧ ਕੁਛ ਨਹੀਂ ਹੈ। ਕਿੰਨੀ ਉਮਰ ਆ? ਤੇ ਉੱਥੇ ਕਿਹੜੇ ਭਲੇ ਪੁਰਸ਼ ਨੇ? ਨਹੀਂ, ਉਹ ਤਾਂ ਬਾਲਗ ਆ, ਉਹ ਲੜਕੀ ਦੇ ਬਾਲਗ। ਪਰ ਕੀ ਸਾਡੀਆਂ ਸੰਸਥਾਵਾਂ ਇਸ ਬੱਚੀ ਦੀ ਜੇ ਬਾਲਗ ਨਾ ਹੁੰਦੀ ਤੇ ਇਹਨਾਂ ਲੋਕਾਂ ਨੂੰ ਫਾਂਸੀ ਤੇ ਜਾਂ ਘੱਟੋ ਘੱਟ ਉਮਰ ਕੈ ਸਜ਼ਾ। ਹੁਣ ਦੱਸੋ, ਇਹੋ ਜਿਹੀ ਖਬਰ ਸਾਂਝੀ ਕਰਦਾ ਆਪ ਨੂੰ ਸ਼ਰਮਿੰਦਗੀ ਕੀ ਕਹੀਏ ਇਸ ਨਾਲ ਲੋਕਾਂ ਨੂੰ? ਮੈਂ ਤਾਂ ਇਹ ਤਾਂ ਕਿਹਾ ਕਲਯੁਗ ਰਿੜ ਰਿਹਾ ਨਾ, ਅਸੀਂ ਤਾਂ ਕਹਿੰਦੇ ਰਿੜ ਰਿਹਾ, ਕਹਿੰਦੇ ਕਲਯੁਗ ਚੱਲਦਾ ਤੇ ਰਿੜ ਰਿਹਾ। ਚਲੋ, ਕੰਵਰ ਗਰੇਵਾਲ ਦਾ ਗੀਤ ਅਸੀਂ ਦਿਖਾਇਆ, ਉਹਦੇ ਵਿੱਚ ਮੈਂ ਸੁਣਿਆ। ਪੱਟੀ ਸਾਹਿਬ, ਓਪਨਲੀ ਜੇ ਲੋਕਤੰਤਰ ਦੀ ਆਪਾਂ ਗੱਲ ਕਰਦੇ ਹਾਂ, ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਇਦੋਂ ਜ਼ਿਆਦਾ ਤੇ ਉੱਥੇ ਲੋਕ ਬੋਲਦੇ ਨੇ, ਇਦੋਂ ਜ਼ਿਆਦਾ ਤੇ ਉੱਥੇ ਸਾਡੇ ਲੀਡਰ ਲੋਕ ਹੀ ਵਿਚਾਰ ਦਿੰਦੇ ਨੇ। ਸਟੇਜਾਂ ਤੋਂ ਇਦੋਂ ਜ਼ਿਆਦਾ ਵਾ ਉਹ ਸਵਾਲ ਚੁੱਕੇ ਜਾਂਦੇ ਨੇ, ਪਰ ਇਹਦੇ ਵਿੱਚ ਜਿਹੜੀ ਪਿਕਚਰਾਈਜ਼ ਵੀ ਕੀਤੀ ਹੈ ਕੋਈ ਇਹੋ ਜਿਹੀ ਚੀਜ਼ ਨਹੀਂ। ਜਿਹੜੇ ਉੱਥੇ ਵਿਖਾਵੇ ਹੋ ਚੁੱਕੇ ਨੇ ਜਾਂ ਜਿਹੜੇ ਰੋਸ ਮੁਜ਼ਾਹਰੇ ਹੋ ਚੁੱਕੇ ਨੇ ਜਾਂ ਜਿਹੜੀ ਗੱਲ ਹੈ ਉਹੀ ਹੈ। ਫਿਰ ਕਿਹੜੀ ਗੱਲੋਂ ਇਹ ਤੇ ਪਾਬੰਦੀ ਲਾਈ ਗਈ ਆ? ਸੁਖਬੀਰ ਬਾਦਲ ਮੁੱਦੇ ਨੂੰ ਉਠਾ ਰਿਹਾ, ਚਲੋ ਵਿਹਲੇ ਨੇ ਹੁਣ ਇਸ ਵਕਤ ਤੇ ਇਸ ਮੁੱਦੇ ਨੂੰ ਉਠਾਉਣਾ। ਜੇ ਸਰਕਾਰ ਦੇ ਵਿੱਚ ਹੁੰਦੇ ਤੇ ਇਹ ਮੁੱਦਾ ਵੀ ਉਹਨਾਂ ਵਾਸਤੇ ਮੁੱਦਾ ਥੋੜੀ ਸੀ ਕੋਈ। ਜਿਹਦਾ ਬੰਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਆ, ਉਦੋਂ ਸਵਾਲ ਪੁੱਛਿਆ ਤੇ ਉਦੋਂ ਮੁੱਖ ਮੋੜ ਗਏ। ਇਹਦੇ ਉੱਤੇ ਲਾਹਾ ਲੈਣਾ ਚਾਹੁੰਦੇ ਨੇ ਕਿਉਂਕਿ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਗੀਤ ਨੂੰ ਦੁਬਾਰਾ YouTube ਤੇ ਚਲਾਉਣ ਵਾਸਤੇ ਉਤਾਵਲੇ ਨੇ, ਤਾਂ ਕਰਕੇ ਲੋਕਾਂ ਦੀ ਹਮਦਰਦੀ ਲੈਣਾ ਚਾਹੁੰਦੇ ਨੇ। ਸੁਖਬੀਰ ਜੀ ਕੋਈ ਰਾਜਨੀਤੀ ਨਹੀਂ ਰਾਜਨੀਤੀ ਇਹ ਮਤਲਬ ਕਰ ਰਹੇ ਨੇ, ਕੋਈ ਦਿਲੋਂ ਜੇ ਕਰ ਰਹੇ ਹੁਣ ਤਾਂ ਮੈਨੂੰ ਨਹੀਂ ਪਤਾ। ਕੀ ਕਹਿਣਾ ਚਾਹੋਗੇ ਤੁਸੀਂ? ਗੱਲ ਤੇ ਆਪਾਂ ਚਾਵਲਾ ਸਾਹਿਬ ਕੱਲ ਵੀ ਕੀਤੀ ਸੀ ਕਿ ਜਿਹੜੀ ਬਕਾਇਦਾ ਤੌਰ ਤੇ ਮੋਗੇ ਦੀ ਅਦਾਲਤ ਨੇ ਡੇਰਾ ਪ੍ਰੇਮੀਆਂ ਨੂੰ ਸਜ਼ਾ ਸੁਣਾਈ ਆ, ਉਹਦੇ ਤੇ ਕਾਲੀ ਕਹਿੰਦੇ ਅਸੀਂ ਕੰਮ ਕੀਤਾ, ਕਾਂਗਰਸ ਕਹਿੰਦੇ ਅਸੀਂ ਕੀਤਾ ਤੇ ਆਪ ਕਹਿੰਦੀ ਅਸੀਂ। ਭਾਈ ਇਹ ਜਿਹੜੀ ਹੈ ਕ੍ਰੈਡਿਟ ਲੈਣ ਦੀ ਗੇਮ ਨਹੀਂ ਹੈਗੀ। ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਕ੍ਰੈਡਿਟ ਨਾ ਲਓ, ਆਪਣੀ ਜ਼ਿੰਮੇਵਾਰੀ ਨਿਭਾਓ, ਸਭ ਨੂੰ ਨਿਭਾਉਣੀ ਚਾਹੀਦੀ ਵੱਧ ਤੋਂ ਵੱਧ। ਸੇਮ ਇੱਥੇ ਆ, ਜੇ ਉਹਨੇ ਰਿਹਾਈ ਦੀ ਗੱਲ ਕੀਤੀ, ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ, ਪੈਰਾਂ ਥੱਲੇ ਲੈ ਕੇ ਇਨਸਾਫ ਚੱਲ ਰਹੇ ਹੋ, ਹੱਥ ਕਾਹਤੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ? ਅਸੀਂ ਕਿਹਾ ਤੁਥੋਂ ਬਾਦਸ਼ਾਹੀ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ। ਇਹੋ ਗੱਲ ਕਹੀ ਜਾਓ ਜੀ ਜੀ, ਇਹ ਦੁਆਰ ਤੋਂ ਕੁਝ ਵੀ ਕਹਿਣਾ। ਇਹਦੇ ਚ ਮੈਨੂੰ ਬੈਨ ਕਰਨ ਲਈ ਕੀ ਚੀਜ਼ ਹੈਗੀ ਹੈ? ਲੇਕਿਨ ਕਹਿੰਦੇ ਕਿ ਚੰਗਾ ਕੀਤਾ ਬੈਨ ਕੀਤਾ। ਲਹੂ ਦੀ ਲੋ ਨਾਵਲ ਛਪਿਆ ਜਸਵੰਤ ਕੰਵਲ ਦਾ, ਇਹਨਾਂ ਬੈਨ ਕਰਤਾ। ਲੋਕਾਂ ਨੇ ਲੱਭ ਕੇ ਜਿਹੜੇ 50 ਰੁਪਏ ਨਾਵਲ ਸੀ ਉਹ 500 ਰੁਪਏ ਲੈ ਕੇ ਪੜਿਆ ਉਦੋਂ। ਹੁਣ ਤੁਸੀਂ ਬੈਨ ਕਰਤਾ, YouTube ਤੇ ਨਹੀਂ ਚੱਲੇਗਾ, ਹੋਰ ਬੜੇ ਸਾਧਨ ਚਲਾਉਣ ਚੱਲ ਰਿਹਾ। ਅੱਜ ਵੀ ਗਾਣਾ ਲੋਕ ਸੁਣ ਰਹੇ ਨੇ, ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਕਰ ਦਿਓ ਬੈਨ, ਕੋਈ ਫਰਕ ਨਹੀਂ ਪੈਂਦਾ। ਸੁਖਬੀਰ ਸਿੰਘ ਬਾਦਲ ਮੰਗ ਜ਼ਰੂਰ ਕੀਤੀ ਹੈ ਤੋਂ ਪਾਬੰਦੀ ਹਟਾਈ ਜਾਵੇ, ਚੰਗੀ ਗੱਲ, ਤੁਹਾਡੀ ਜ਼ਿੰਮੇਵਾਰੀ ਬਣਦੀ, ਤੁਹਾਡੀ ਰਿਸਪੌਂਸਿਬਿਲਿਟੀ ਬਣਦੀ। ਉਹ ਚ ਕੋਈ ਗੁਨਾਹ ਨਹੀਂ ਕੀਤਾ, ਕਿਸੇ ਨੂੰ ਗਾਲ ਨਹੀਂ ਕੱਢੀ, ਆਪਣਾ ਹੱਕ ਮੰਗਿਆ ਲੋਕਾਂ ਨੇ। ਜੇ ਹੱਕ ਮੰਗਣਾ ਵੀ ਗੁਨਾਹ ਵਾ ਤੇ ਫਿਰ ਤੁਸੀਂ ਕਹਿੰਦੇ ਉੱਥੇ ਅੱਤਵਾਦੀ ਬਣਦੇ ਵੱਖਵਾਦੀ, ਫਿਰ ਰਸਤਾ ਵੀ ਕਿਹਾ ਜਾਂਦਾ। ਇਹ ਵੀ ਸੋਚ ਲਓ ਨਾ। ਮਤਲਬ ਕਲਮ ਨਾਲ ਵੀ ਗੱਲ ਨਹੀਂ, ਤੁਹਾਡੇ ਨਾਲ ਮਤਲਬ ਜਜ਼ਬੇ ਦੇ ਨਾਲ ਵੀ ਗੱਲ ਨਹੀਂ, ਬੈਠ ਕੇ ਵੀ ਗੱਲ ਨਹੀਂ, ਆਵਾਜ਼ ਦੇ ਰਾਹੀਂ ਵੀ ਗੱਲ ਨਹੀਂ। ਮੁਹੰਮਦ ਜ਼ੁਬੈਰ ਕੱਲਾ ਨਹੀਂ ਹੈ। ਆਲਟ ਨਿਊਜ਼ ਉਹ ਪ੍ਰਦੀਪ ਸਿन्हा ਤੇ ਮੁਹੰਮਦ ਜ਼ੁਬੈਰ ਦੇ ਵਿੱਚ ਆਉਂਦੇ। ਮੁਹੰਮਦ ਜ਼ੁਬੈਰ ਨੂੰ ਕਿਉਂ ਫੜਿਆ ਗਿਆ ਕਿ ਉਹ ਮੁਸਲਮਾਨ ਆ? ਪ੍ਰਦੀਪ ਸਿन्हा ਨੂੰ ਕਿਉਂ ਨਹੀਂ ਫੜਿਆ ਗਿਆ? ਇਹ ਇਕੱਠੇ ਨੇ।
ਇਕੱਠੇ ਕੰਮ ਕਰਦੇ ਸੀ। ਚਲ ਆਪਾਂ ਵੈਸੇ ਪਰਸਨਲ ਕਹਿੰਦੇ ਨੇ ਗੱਲ ਨਾ ਕਰੋ। ਸਾਡੇ ਇੱਕ ਕਾਲਰ ਆਏ ਸੀ, ਪਲੀਜ਼ ਪਲੀਜ਼। ਉਹ ਭਾਈ ਪੰਜਾਬ ਦਾ ਮੁੱਖ ਮੰਤਰੀ ਆ, ਉਹਨੇ ਵਿਆਹ ਕੀਤਾ, ਉੱਥੇ ਇੱਕ ਮੁੱਦਾ ਅਹਿਮ ਆ, ਉਹਦੇ ਤੇ ਨਹੀਂ ਜਾ ਰਿਹਾ, ਅਜੇ ਫੇਰਾ ਪਾਉਣ ਜਾਣਾ ਵਿਚਾਰੇ ਨੇ। ਮੁੱਖ ਮੰਤਰੀ ਦਾ ਵਿਆਹ ਚਰਚਾ ਦਾ ਵਿਸ਼ਾ ਬਣਨਾ ਹੀ ਆ। ਉਹਦੇ ਕੱਲ ਨੂੰ ਕੋਈ ਕਲਕਾਰੀ ਵੱਜਦੀ ਆ, ਰੱਬ ਕਰੇ ਉਹਦੇ ਘਰੇ ਖੁਸ਼ੀਆਂ ਆਉਣ, ਉਹ ਵੀ ਖਬਰ ਆਉਣੀ ਹੈ। ਖੁਸਰਿਆਂ ਨੇ ਵੀ ਜਾਣਾ, ਉਹ ਵੀ ਖਬਰ ਆਉਣੀ ਹੈ। ਔਰ ਜਿਹੜੇ ਗਿਫਟ ਜਾਣੇ ਨੇ, ਈਵਨ ਦੋ ਭਾਵੇਂ ਉਹਨੇ ਕਾਰਡ ਤੇ ਲਿਖਾਇਆ ਵੀ ਹੋਵੇ, ਸਾਡੇ ਕਾਰਡ ਤੇ ਲਿਖਿਆ ਹੁੰਦਾ ਨੋ ਗਿਫਟ ਪਲੀਜ਼, ਫਿਰ ਵੀ ਅਸੀਂ ਲਿਫਾਫੇ 'ਚ ਪਾ ਕੇ ਦੇ ਕੇ ਉਹਨੇ ਦਿੰਦੇ ਕਿ ਨਹੀਂ? ਕਿਉਂ ਭਾਟੀ ਸਾਹਿਬ? ਬਿਲਕੁਲ ਬਿਲਕੁਲ ਬਿਲਕੁਲ। ਤੇ ਇੱਥੇ ਜਾਣੇ ਆ, ਇੱਥੇ ਕੈਪਟਨ ਸਾਹਿਬ ਨੇ ਆਪਣੇ ਪੋਤੇ ਦਾ ਖਰੇ ਬਰਥਡੇ ਬਣਾਇਆ ਸੀ ਤੇ ਕਰੋੜਾਂ ਦੇ ਗਿਫਟ ਗਏ ਸੀਗੇ ਇਕੱਠੇ ਕਰ। ਹੋਣਗੇ ਜੀ। ਤੇ ਹੁਣ ਕਿਹੜਾ ਨਹੀਂ, ਅਜੇ ਕਿਹੜਾ ਪੱਟੀ ਸਾਹਿਬ ਰੁਕ ਜਾਣਾ ਯਾਰ? ਅਜੇ ਤੇ ਸਾਦਾ ਵਿਆਹ ਨਾ। ਅਜੇ ਤੇ ਮੰਤਰੀ ਨੂੰ, ਮੁੱਖ ਮੰਤਰੀ ਨੂੰ ਹਰ ਬੰਦੇ ਨੇ ਮਿਲਣ ਵਾਸਤੇ ਵਿਆਹ ਦਾ ਤੋਹਫਾ ਲੈ ਕੇ ਆਉਣਾ ਹੀ ਆਉਣਾ। ਕਿਹੜਾ ਮਨਾ ਕਰ ਦੂਗਾ? ਤੋਹਫੇ ਪੈਸੇ ਥੋੜੀ ਹੁੰਦੇ ਆ, ਤੋਹਫੇ ਪੈਸੇ ਥੋੜੀ ਹੁੰਦੇ, ਤੋਹਫੇ ਕਈ ਤਰ੍ਹਾਂ ਦੇ ਹੁੰਦੇ ਤੋਹਫੇ। ਯਾਰ ਕੀ ਗੱਲਾਂ ਕਰਦੇ? ਅਕਾਲ ਮੁੱਖ ਮੰਤਰੀ ਦਾ ਵਿਆਹ ਬਣਿਆ ਚਰਚਾ ਦਾ ਵਿਸ਼ਾ। ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ, ਲਾੜੀ ਉਮਰ 32 ਦੀ ਨਹੀਂ ਹੈ, 28 ਸਾਲ ਦੀ। ਇਹ ਨਵੀਂ ਖਬਰ ਆ ਰਹੀ, ਕੀ ਕਹਿਣਾ ਚਾਹੋ? ਦੇਖੋ ਜੀ, ਜਿਹੜੇ ਸਰਟੀਫਿਕੇਟ ਵਿਖਾਏ ਗਏ ਨੇ ਸੋਸ਼ਲ ਮੀਡੀਆ ਦੇ, ਉਹਦੇ ਮੁਤਾਬਕ 28 ਸਾਲ ਬਣਦੀ, ਕੋਈ ਫਰਕ ਨਹੀਂ ਪੈਂਦਾ ਜੀ। 28 ਸਾਲ ਹੋ ਜਾਣ, 32 ਹੋ ਗਏ, ਜਦੋਂ ਵਿਆਹ ਕਰਨੇ ਚ ਕੀ ਫਰਕ ਹੈ? ਸਿਰਫ ਇਹ ਆ ਵੀ 18 ਸਾਲ ਤੋਂ ਵੱਧ ਹੋਣੀ ਚਾਹੀਦੀ। ਜੋਗਰਾਜ ਸਿੰਘ ਦੀ ਜਿਹੜੀ ਮਾਂ ਸੀਗਾ, ਉਹਦਾ ਤੇ ਉਹਦੇ ਪਿਓ ਦਾ 42 ਸਾਲ ਦਾ ਫਰਕ। 72 ਸਾਲ ਦੀ ਉਮਰ ਚ ਜੋਗਰਾਜ ਦਾ ਜਿਹੜਾ ਸੀ ਉਹ ਪੈਦਾ ਹੋਇਆ। 72 ਸਾਲ ਦਾ ਹੈ ਬਾਪੂ, ਉਹਦੇ ਪਿਓ ਦੀ ਉਮਰ 72 ਸਾਲ ਸੀ। ਵਾਹ ਜੀ ਵਾਹ, ਲਓ ਜੀ। ਤੇ ਇਸ ਕਰਕੇ ਇੱਥੇ ਬਹੁਤਾ ਫਰਕ ਨਹੀਂ ਪੈਂਦਾ। ਅਸੀਂ ਵੀ ਜਾਣਕਾਰੀ ਦਿੱਤੀ ਕਿ ਇਹ 32 ਨਹੀਂ 28 ਸਾਲ ਦੀ। 72 ਸਾਲ ਦਾ ਸੀ ਜੋਗਰਾਜ ਦਾ ਬਾਪੂ ਜਦੋਂ ਜੋਗਰਾਜ ਨੂੰ ਇੱਕ ਬਾਪੂ ਮਿਲਦਾ। ਜੋਗਰਾਜ ਪੈਦਾ ਹੁੰਦਾ ਤੇ ਉਦੋਂ ਬਾਅਦ ਜੋਗਰਾਜ ਪੈਦਾ ਹੁੰਦਾ ਜਿਹਨੇ ਹਰ ਬਾਲ ਦੇ ਉੱਤੇ ਸਿਕਸਰ ਮਾਰਨਾ ਸੀ, ਇਤਿਹਾਸ ਬਣਾਉਣਾ ਸੀ। ਕਿਆ ਬਾਤ। ਜੀ ਜੀ ਜੀ। ਹਾਂ ਚਲੋ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਵਿਆਹ। ਅਕਾਲ ਤਖਤ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਪੈਲਸਾਂ ਦੇ ਵਿੱਚ ਤੇ ਰਿਜ਼ੋਰਟਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਨਹੀਂ ਲੱਗੀ। ਅਜੇ ਵੀ ਲੋਕੀ ਆਪਣੇ ਪਿੰਡਾਂ ਦੇ ਘਰਾਂ 'ਚ ਵਿਆਹ ਕਰਦੇ, ਆਪਣੇ ਘਰ ਬਾਰੇ ਦੀ ਭੀੜ ਜਾ ਕੇ ਬਕਾਇਦਾ ਤੌਰ ਤੇ ਉਹ ਲਾਵਾਸਰੀ ਕਰਦੇ। ਲੇਕਿਨ ਉਹਦੀ ਸਫਾਈ ਪਹਿਲਾਂ ਥੋਰੋਲੀ ਕੀਤੀ ਜਾਂਦੀ ਹੈ ਕਿ ਕਿਸੇ ਕਿਸਮ ਦੀ ਇੱਥੇ ਕੋਤਾਹੀ ਨਾ ਰਹੇ। ਮੁੱਖ ਮੰਤਰੀ ਦੀ ਰਿਹਾਇਸ਼, ਏਡੀ ਵੱਡੀ ਰਿਹਾਇਸ਼ ਦੀ ਇੰਨੀ ਜਿਹੜੀ ਸਫਾਈ ਨਹੀਂ ਹੋ ਸਕਦੀ। ਚਲੋ ਕਰ ਲਈ ਸਫਾਈ, ਮੰਨ ਲਿਆ ਸਫਾਈ ਕਰ ਲਈ, ਤੁਸੀਂ ਕਿ ਲੈ ਜਾਂਦਾ ਕੋਈ ਗੱਲ ਮੰਨ ਲਿਆ। ਪਹਿਲੀ ਗੱਲ ਤਾਂ ਤੁਸੀਂ ਤੁਹਾਡਾ ਪ੍ਰੋਗਰਾਮ ਗੁਰਦੁਆਰੇ ਲਾਵਾਂਸਰੀ ਲੈਣ ਦਾ ਸੀਗਾ, ਤੁਸੀਂ ਚੈੱਕ ਕਰਕੇ ਸਿਕਿਉਰਿਟੀ ਪੱਖੋਂ ਜਾ ਸਕਦੇ ਸੀ। ਇਹਨਾਂ ਵੀ ਡਰਨ ਦੀ ਕੀ ਲੋੜ ਹੈ? ਜੇ ਮੌਤ ਆਈ ਹੈ ਨਾ, ਉਦੋਂ ਇਹ ਨਹੀਂ ਪੁੱਛਣਾ। ਅੱਜ ਤੱਕ ਸੌਰੀ ਮੈਂ ਸਰਦਾਰ ਬੇਅੰਤ ਸਿੰਘ ਨਾਲੋਂ ਵੱਧ ਸਿਕਿਉਰਿਟੀ ਕਿਸ ਨੂੰ ਨਹੀਂ, ਲੇਕਿਨ ਜਿਹੜੀ ਉਹ ਕੁਦਰਤ ਨਾਲੋਂ ਬੜੀ ਬੇਅੰਤ ਆ। ਇਹਨਾਂ ਨੂੰ ਡਰਨ ਦੀ ਕੀ ਲੋੜ? ਤੁਸੀਂ ਚੰਗੇ ਕੰਮ ਵਾਸਤੇ ਜਾ ਰਹੇ ਹੋ, ਗੁਰਦੁਆਰੇ ਜਾ ਰਹੇ ਹੋ, ਤੁਹਾਨੂੰ ਕਿਉਂ ਮਾਰੂਗਾ? ਤੁਹਾਡੇ ਸਾਹਮਣੇ ਰਾਹੁਲ ਗਾਂਧੀ 2-3 ਵਾਰੀ ਬਕਾਇਦਾ ਤੌਰ ਤੇ ਮੱਥਾ ਟੇਕਣਾ ਕੱਲਾ ਆਇਆ। ਉਹਦੀ ਸਿਕਿਉਰਿਟੀ 4-5 ਬੰਦੇ ਜਿਹੜੇ ਉਹੀ ਨਾਲ ਹੁੰਦੇ ਸੀ, ਉਹਦੇ ਜਿਹੜੇ ਨਾਲ ਦਿੱਲੀ ਚ ਉਹੀ ਨਾਲ ਹੁੰਦੇ ਸੀ। ਦਰਬਾਰ ਸਾਹਿਬ ਮੱਥਾ ਟੇਕ ਕੇ ਲੰਗਰ ਛਕ ਕੇ ਜਾਂਦਾ ਰਿਹਾ। ਕਿਸੇ ਨੇ ਕਿਹਾ ਵੀ ਕੁਛ? ਕਿਸੇ ਨੇ। ਚਲੋ ਖੈਰ, ਜੇ ਪ੍ਰਬੰਧ ਦਿੱਲੀ ਵਾਲਿਆਂ ਦੇ ਕੋਲੇ ਸੀਗੇ ਤੇ ਦਿੱਲੀ ਵਾਲੇ ਆਪਣੀ ਮਨਮਾਨੀ ਕਰਨੀ ਸੀ। ਉਹਨਾਂ ਕਹਿ ਦਿੱਤਾ ਜੀ ਸਿਕਿਉਰਿਟੀ ਪੱਖ ਤੋਂ ਉੱਥੇ ਅਸੀਂ ਜਿਹੜਾ ਵਾ ਜਿਹੜਾ ਲਾਵਾਂਸਰੀ ਕਰਨਾ ਹੀ ਜਾਵਾਂਗੇ। ਘਰ ਚ ਭੀੜ ਜਾਂਦੀ, ਲੈ ਆਉਂਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਘੱਟ ਲੈ ਆਉਂਦੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਭੀੜ ਦੀ ਤਲਾਸ਼ੀ ਕਿਉਂ ਨਹੀਂ? ਉਹਦੀ ਸਕਰੀਨਿੰਗ ਕਿਉਂ ਕੀਤੀ? ਜਿਹੜੀ ਗੱਡੀ ਗਈ ਆ ਤੁਸੀਂ ਉਹਦੀ ਪਹਿਲਾਂ ਸਕਰੀਨਿੰਗ ਕਰ ਲਓ, ਸਿਕਿਉਰਿਟੀ ਲਗਾ ਲਓ। ਜਦੋਂ ਗੁਰੂ ਗ੍ਰੰਥ ਲੈ ਕੇ ਉਹਦੀ ਸਕਰੀਨਿੰਗ ਕਿਉਂ? ਇਹਦਾ ਮਤਲਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ, ਤੁਸੀਂ ਫਾਰਮੈਲਿਟੀ ਪੂਰੀ ਕਰ। ਤੇ ਜਿਹੜੇ ਉੱਥੇ ਗ੍ਰੰਥੀ ਹੈ, ਕੱਲ ਨੂੰ ਮੁੱਦਾ ਬਣਨਾ ਹੈ ਕੀ? ਗੱਲਾਂ ਉੱਭਰਨੀਆਂ ਨੇ, ਸੋਸ਼ਲ ਮੀਡੀਆ ਤੇ ਆ ਰਹੀਆਂ ਨੇ। ਤੁਸੀਂ ਕੱਟ ਲੈਂਦਾ, ਚਲੋ ਕੋਈ ਗੱਲ ਨਹੀਂ, ਸਭ ਕੁਝ ਤੁਸੀਂ ਕਰ ਲੈ, ਕੋਈ ਗੱਲ।
ਲੇਕਿਨ ਇਹ ਜੇ ਕਿਤੇ ਸਿੱਖਾਂ ਦੇ ਕੋਲੇ ਬਰਾਬਰ ਹੁੰਦਾ ਤੇ ਉਹਨੂੰ ਪਤਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਸਤਿਕਾਰ ਕਿਵੇਂ ਕਰਨਾ ਵਾ। ਤੇ ਰਾਹ ਨੂੰ ਜਿਹੜਾ ਕੀ ਪਤਾ ਤੇ ਕੇਜਰੀਵਾਲ ਨੂੰ ਪਤਾ ਕਿਉਂ ਸਤਿਕਾਰ ਕਰਨਾ ਜੀ। ਉਹਨਾਂ ਦੇ ਵਾਸਤੇ ਬੁੱਕ ਹੈ, ਇੱਕ ਕਿਤਾਬ ਉਹਨਾਂ ਵਾਸਤੇ। ਇਸ ਕਰਕੇ ਇਹਨਾਂ ਦਾ ਭਗਵੰਤ ਮਾਨ ਜੀ ਨੇ ਇਸ਼ਾਰਾ ਕਰੇ ਕੀ ਗੱਲ ਸੀ, ਲੇਕਿਨ ਤੁਹਾਨੂੰ ਵਧਾਈਆਂ। ਤੁਸੀਂ ਦੂਸਰਾ ਗਏ ਕਸ਼ੀ ਬਣੀ ਇਹਨੂੰ ਇਸ ਦੋਹਰੀਆਂ ਦਿੰਦੇ ਆ ਵੀ ਤੁਹਾਡੀ ਘਰ ਵਾਲੀ ਨੂੰ ਪਹਿਲੀ ਘਰ ਵੀ ਤੁਹਾਨੂੰ ਕਿਹਾ ਵੀ ਬਹੁਤ ਚੰਗਾ ਕੀਤਾ, ਬਹੁਤ ਚੰਗਾ ਫੈਸਲਾ ਲਿਆ। ਨਾਲ ਉਹਨੇ ਕਿਹਾ ਮੈਨੂੰ ਭਗਵੰਤ ਤੇ ਕੋਈ ਗੱਲ ਨਹੀਂ, ਜੋ ਉਹਨੇ ਕਾਰਵਾਈ ਕੀਤੀ ਕਾਨੂੰਨ ਮੁਤਾਬਕ ਜੀ। ਵਿਧਾਨ ਸਭਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ 10 ਜੁਲਾਈ ਨੂੰ ਇਜਲਾਸ, ਹੁਣ 17 ਜੁਲਾਈ ਨੂੰ ਹੋਵੇਗਾ। ਪਰਮਜੀਤ ਸਿੰਘ ਸਰਨਾ, ਪ੍ਰਧਾਨ ਪਰਮਜੀਤ ਸਿੰਘ, ਸੌਰੀ ਇਹ ਹੈਗੇ ਨੇ ਜੀ ਪਰਮਜੀਤ ਸਿੰਘ ਨੇ, ਪਰਮਜੀਤ, ਸੌਰੀ ਹਾਂਜੀ, ਸਰਨਾ ਪਰਮਜੀਤ ਸਿੰਘ, ਸੌਰੀ। ਇੱਕ ਇਹਨਾਂ ਬਣਾਈ ਸੰਸਥਾ ਬਣਾਈ 8 ਪੈਰ ਟਹਿਲ ਸੇਵਾ ਲਹਿਰ। 8 ਪਰ ਟਹਿਲ ਸੇਵਾ ਲਹਿਰ ਦਾ ਮਤਲਬ ਤੁਹਾਨੂੰ ਪਤਾ ਹੀ, ਆਪਾਂ ਪਿੰਡਾਂ ਨੂੰ ਪਤਾ, ਸਾਰੇ ਬੱਚਿਆਂ ਨੂੰ ਨਹੀਂ ਪਤਾ ਵੀ 8 ਪੈਰ ਕੀ ਹੁੰਦੇ। 3 ਘੰਟਿਆਂ ਦਾ ਇੱਕ ਪੈਰ ਹੁੰਦਾ ਤੇ ਇੱਕ ਦਿਨ ਦੇ ਵਿੱਚ 4 ਪੈਰ ਹੁੰਦੇ ਤੇ ਦੋਵੇਂ ਸਿਰ ਆਪਣਾ ਤੋਂ 8 ਪੈਰ ਹੁੰਦੇ, ਮਤਲਬ 24 ਘੰਟੇ। 24 ਘੰਟੇ ਗੁਰੂ ਨੂੰ ਸਮਰਪਿਤ ਹੈ, ਗੁਰੂ ਦੀ ਸੇਵਾ 'ਚ ਲੱਗੇ। ਇਹਨਾਂ ਨੇ ਕਿਹਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਵਿਧਾਨ ਸਭਾ 'ਚ ਕੀਤੀ ਗਈ ਆ, ਉਹਦੇ ਤੇ ਵਿਚਾਰ ਚਰਚਾ ਕਰਨ ਵਾਸਤੇ ਅਸੀਂ 10 ਜੁਲਾਈ ਨੂੰ ਇੱਕ ਇਜਲਾਸ ਰੱਖਿਆ ਸੀ ਫਤਿਹਗੜ੍ਹ ਸਾਹਿਬ ਵਿਖੇ ਦੀਵਾਨ ਟੋਡਰਮਲ ਹਾਲ ਦੇ ਵਿੱਚ। ਜੀ। ਲੇਕਿਨ 10 ਤਰੀਕ ਨੂੰ 2 ਫੰਕਸ਼ਨ ਹੋਰ ਨੇ। ਇੱਕ ਤਾਂ ਮੱਤੇ ਵਾਲਾ ਜੰਗਲ ਦੇ ਵਿੱਚ ਜਾ ਕੇ ਉੱਥੇ ਇਜਲਾਸ ਹੋ ਰਿਹਾ ਬੜਾ ਤਕੜਾ, ਇੱਕ ਬਹਿਬਲ ਕਲਾਂ ਵਿਖੇ ਜਿਹੜੀ ਆ ਉੱਥੇ ਹੋ ਰਿਹਾ। 2 ਚੀਜ਼ਾਂ ਹੋਣ ਕਰਕੇ ਇਹਨਾਂ ਨੇ ਉਸ 10 ਦੀ ਬਜਾਏ 17 ਤਰੀਕ ਪਾਤੀ ਕਿ 17 ਨੂੰ ਉੱਤੇ ਵਿਚਾਰ ਚਰਚਾ ਕੀਤੀ ਜਾਊ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਕਮਰ ਵਿੱਚ ਪਤਾ ਨਹੀਂ ਕਿਆ ਕੀ ਸੀਗਾ। ਜੀ। ਕੀ ਵਿਧਾਨ ਸਭਾ ਦੇ ਵਿੱਚ ਜਾਂ ਮੈਨੂੰ ਇਸ ਗੱਲ ਦੇ ਉੱਤੇ 10 ਮਿੰਟ ਦਾ ਸਮਾਂ ਦਿੱਤਾ ਜਾਵੇ ਜਾਂ ਇਹਦਾ ਇਜਲਾਸ ਅੱਧਾ ਘੰਟਾ ਹੋਰ ਵਧਾ ਕੇ ਤੇ ਇਹਦੇ ਤੇ ਬਹਿਸ ਕਰਾਈ ਜਾਵੇ ਕਿ ਕਿਉਂ ਨਹੀਂ ਇਨਸਾਫ ਮਿਲਦਾ। ਜੀ। ਕਿਉਂ ਨਹੀਂ ਕਾਰਵਾਈ ਹੋਈ। ਉਹਦੇ ਵਿੱਚ ਜਿਹੜੇ ਵਿਰੋਧੀ ਦੇ ਲੀਡਰ ਸੀ ਪ੍ਰਤਾਪ ਬਾਜਵਾ, ਉਹਨਾਂ ਨੇ ਇਹਨਾਂ ਦੀ ਹਾਮੀ ਭਰੀ ਸੀ। ਬਿਲਕੁਲ ਠੀਕ ਕੀਤਾ, ਤੁਸੀਂ ਤੁਹਾਡੇ ਨਾਲ ਸਹਿਮਤ ਹੈਗੇ। ਲੇਕਿਨ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਇਹਨਾਂ ਨੇ ਇਜਲਾਸ ਰੱਖਿਆ ਸੀ ਕਿ ਆਪਾਂ ਕਾਰਵਾਈ ਅੱਗੇ ਕੀ ਕਰਨੀ ਹੈ, ਉਹਦੇ ਮਤਲਬ ਜਿਹੜਾ 17 ਤਰੀਕ ਨੂੰ ਕਰਨਾ। ਭਗਵੰਤ ਮਾਨ ਕਟਹਿਰੇ ਚ ਆਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਸ਼ਾਇਰ ਨੂੰ ਮੰਨਦੇ ਹੋਏ ਤੁਸੀਂ ਉਹਨਾਂ ਦੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਮੈਂ ਕਹਿਣੀ ਨਹੀਂ। ਤੁਸੀਂ ਕਿਹਾ ਸੀ ਕਿ ਜਦੋਂ ਅਕਾਲ ਤਖਤ ਆ ਗਿਆ ਸੀ ਤੇ ਦੇਸ਼ ਦਾ ਰਾਸ਼ਟਰਪਤੀ ਇੱਥੇ ਫੁੱਲ ਲਾ ਕੇ ਆਇਆ ਸੀ ਕੋਰਟ ਰੱਖੋ। ਤੇ ਸਪੀਕਰ ਵੀ ਤਾਂ ਉਸੇ ਪਰਿਵਾਰ ਤੋਂ ਹੀ। ਚਲੋ ਰਾਘਵ ਚੱਡਾ ਨੂੰ ਸਰਕਾਰੀ ਕੰਮ ਵਿੱਚ ਸਥਾਪਿਤ ਕਰਨ ਲਈ ਭਗਵੰਤ ਮਾਨ ਬਣਾਉਣ ਜਾ ਰਿਹਾ ਇੱਕ ਆਰਜੀ ਸਲਾਹਕਾਰ। ਡਿਪਟੀ ਮੁੱਖ ਮੰਤਰੀ ਨਹੀਂ, ਆਰਜੀ ਸਲਾਹਕਾਰ, ਮਤਲਬ ਮਖੌਟਾ। ਜਿਹੜੀ ਕਮੇਟੀ ਬਣਾਈ ਜਾ ਰਹੀ ਹੈ ਇਹਦੇ ਵਿੱਚ ਇੱਕ ਚੇਅਰਮੈਨ ਹੋਏਗਾ ਦਾ ਨਾਲੇ ਇਹਦੇ ਮੈਂਬਰ ਹੋਣਗੇ। ਇਹਨੂੰ ਆਰਜੀ ਨਾਂ ਕਿਉਂ ਦਿੱਤਾ ਗਿਆ, ਸਵਾਲ ਇਹ ਪੈਦਾ ਹੁੰਦਾ। ਆਰਜੀ ਨਾਂ ਪਰ ਟੈਕਨੀਕਲ ਪੁਆਇੰਟ ਚੱਲ ਰਿਹਾ। ਬਸ ਸਮਝ ਗਏ, ਸਮਝਣ ਵਾਲੇ ਸਮਝ ਗਏ ਜੀ। ਨਹੀਂ ਦੱਸ ਦਿੰਦੇ ਆਪਾਂ, ਕਿਉਂਕਿ ਕੋਈ ਬੰਦਾ ਇਸ ਕਮੇਟੀ ਨੂੰ ਲੈ ਕੇ ਕੋਰਟ ਨਾ ਜਾ ਸਕੇ। ਜੇ ਕੋਰਟ ਜਾਵੇ ਕਹਿੰਦੇ ਆਰਜੀ ਬਣਾਈ ਹੈ, ਅਸੀਂ ਕੋਈ ਗਲਾ ਨਹੀਂ ਕਰ ਰਹੇ, ਆਰਜੀ ਕਮੇਟੀ ਬਣਾਈ। ਲੇਕਿਨ ਇਹ ਕਮੇਟੀ ਜਿਹੜੀ ਆ ਤੁਹਾਡੀ ਜਿਹੜੀ ਸਾਡੀ ਹੈਗੀ ਆ ਮੰਤਰੀ ਮੰਡਲ ਨੂੰ ਸਰਪਾਸ ਕਰੇਗੀ, ਉਹਦੀ ਸਲਾਹ ਕਰਨੀ ਹੋਏਗੀ। ਇਹ ਆਦੇਸ਼ ਕਮੇਟੀ ਦੇਗੀ ਵੀ ਦੱਸੋ ਭਾਈ ਇਹਦਾ ਕੀ ਕਰਨਾ। ਅਜੇ ਪਤਾ ਨਹੀਂ ਚੇਅਰਮੈਨ ਕੌਣ ਹੋਊਗਾ, ਲੇਕਿਨ ਪੋਸੀਬਿਲਿਟੀ ਇਹ ਜ਼ਾਹਰ ਕੀਤੀ ਜਾ ਰਹੀ ਹੈ। ਪਹਿਲਾਂ ਇਹਨਾਂ ਕਿਹਾ ਸੀ ਆਦਾਨ ਪ੍ਰਦਾਨ, ਨੌਲੇਜ ਸ਼ੇਅਰਿੰਗ ਕਰਨੀ। ਅਸੀਂ ਦਿੱਲੀ ਨਾਲ MOU ਸਾਈਨ ਕੀਤਾ ਸੀ, ਬੜਾ ਰੌਲਾ ਪਿਆ, ਉਹ ਖੂਹ ਖਾਤੇ ਪੈ। ਮੁੜ ਕੇ ਇਹਨਾਂ ਨੇ ਇੰਨੀ ਗੱਲ ਕਹਿਤੀ, ਚੱਡਾ ਸਾਹਿਬ ਨੇ ਲਾ ਲਿਆ ਟੇਬਲ ਉੱਥੇ ਆਪਣਾ ਚੰਡੀਗੜ੍ਹ ਦੇ ਵਿੱਚ ਬਹਿ ਗਏ ਸੁਪਰ ਸੀਐਮ ਬਣ ਕੇ। ਆ ਲੋ ਇੱਕ ਟੇਬਲ ਤੇ ਹੋ ਗਿਆ ਜੱਗ ਜਾਰ। ਹਾਂਜੀ, ਉਹਦੀ ਚਰਚਾ ਹੋਈ। ਉਹਦੀ ਚਰਚਾ ਤੋਂ ਬਾਅਦ ਹੁਣ ਚਰਚਾ ਤੋਂ ਬਚਣ ਵਾਸਤੇ ਕਿ ਸਲਾਹਕਾਰ ਕਮੇਟੀ ਬਣਾਤੀ ਕਿ ਸਲਾਹਕਾਰ ਕਮੇਟੀ ਦਾ ਸਿਰਫ ਕੰਮ ਹੈ ਸਲਾਹ ਦੇਣਾ, ਪਰ ਸਲਾਹ ਨਹੀਂ ਦੇਵੇਗੀ। ਇਹ ਕਮੇਟੀ ਹੁਕਮ ਕਰੇਗੀ ਆਪਣੀ ਮੰਤਰੀ ਮੰਡਲ ਨੂੰ ਕਿ ਆਹ ਕੰਮ ਕਰੋ। ਅੱਛਾ ਰੱਖ ਸਿਰਫ ਇਹ ਆ ਟੈਕਨੀਕਲ ਬਿਲਡਿੰਗ। ਬੰਦਾ ਉਹਦੇ ਪਿੱਛੇ ਬੜਾ ਖਾਸ ਲੱਗਦਾ ਵੀ 10,000 ਰੁਪਏ ਇੰਜ ਕਰੋ।
ਇਸ ਚੀਜ਼ ਨੂੰ ਲੋਕੀ ਪ੍ਰਵਾਨ ਕਰਦੇ ਕਿ ਨਹੀਂ ਕਰਦੇ ਇਹ ਤਾਂ ਸਮਾਂ ਦੱਸੂਗਾ। ਰਾਗੇ ਕੱਢਾ ਉਹਦੇ ਚੇਅਰਮੈਨ ਬਣਦੇ ਕਿ ਨਹੀਂ ਬਣਦੇ, ਲੇਕਿਨ ਸ਼ੱਕ ਕੀਤਾ ਜਾ ਰਿਹਾ, ਅਸੀਂ ਨਹੀਂ ਕਹਿੰਦੇ ਬਣਨਗੇ, ਸ਼ੱਕ ਕੀਤਾ ਜਾ ਰਿਹਾ ਕਿ ਰਾਹ ਜਿਹੜਾ ਚੇਅਰਮੈਨ ਹੋਣਗੇ ਤੇ ਸਲਾਹਕਾਰ ਕਮੇਟੀ ਹੋਏਗੀ ਤੇ ਇਹ ਕਮੇਟੀ ਸਿਰਫ ਉਹਨਾਂ ਨੂੰ ਆਦੇਸ਼ ਦੇਵੇਗੀ ਆਹ ਕੰਮ ਇੰਜ ਨਹੀਂ ਕਰਨਾ ਵਾ, ਸਲਾਹ ਨਹੀਂ ਦੇਵੇਗੀ। ਜੀ ਚਲੋ, ਬਹੁਤ 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 ਧੰਨਵਾਦ ਭੱਟੀ ਸਾਹਿਬ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।